देश के प्रधानमंत्री फिरोजपुर च नहीं आ सके। ये तो बहुत ही माड़ा काम होया जी। देखो जी, घर आए अपने पंजाबियों की कहावत है, आप जी आया कहने, आप ये नहीं कहने कि निकल जाओ। ये सारे बंदे किसान भरा माड़े नहीं है। देखो जी, हम जो मोदी साहब आते, मैं कहना पार्टी का विरोध करो, करना भी चाहिए। 700 किसान मरे आ, उसका विरोध करो करो, पर उन्होंने रैली च आन देना चाहिए जी। रैली का जी मेन कारण ਤਾਂ ਇਹ ਆ ਵੀ ਕੁਝ ਤਾਂ ਬਰਸਾਤ ਦੀ ਕਮੀ ਹੋ ਗਈ, ਬਰਸਾਤ ਹੋਣ ਲੱਗੀ, ਇਕੱਠ ਨਹੀਂ ਹੋ ਸਕਿਆ। ਸੈਕੰਡ ਕਾਰਨ ਇਹ ਕਿ ਭਾਜਪਾ ਦਾ ਜਿਹੜਾ ਇਕੱਠ ਹੋਣਾ ਸੀ ਉਹ ਨਹੀਂ ਹੋਇਆ। ਇੱਕ ਪ੍ਰਧਾਨ ਮੰਤਰੀ ਹੋ ਕੇ ਤੇ ਵਾਪਸ ਮੁੜ ਜਾਣ ਦਾ ਕਾਰਨ ਹੀ ਇਹ ਸੀ ਕਿ ਉੱਥੇ ਇਕੱਠ ਬਿਲਕੁਲ ਨਹੀਂ ਸੀ। ਜੇ ਰੈਲੀ ਇੱਥੇ ਹੁੰਦੀ ਜੀ ਤੇ ਮੋਦੀ ਸਾਹਿਬ ਨੇ ਫਿਰੋਜ਼ਪੁਰ ਨੂੰ ਬਹੁਤ ਕੁਝ ਦੇ ਕੇ ਜਾਣਾ ਸੀਗਾ ਔਰ ਬਹੁਤ ਰੁਜ਼ਗਾਰ ਮਿਲਣਾ ਸੀਗਾ, ਗਰੀਬ ਤਬਕੇ ਨੂੰ ਬਹੁਤ ਫਾਇਦਾ ਹੋਣਾ ਸੀਗਾ। ਤੇ ਪੀਜੀਆਈ 10-12 ਸਾਲਾਂ ਬਾਅਦ ਸੁਨੀਚੀ ਸੀਗੀ, ਪੀਜੀਆਈ ਦੀ ਨੀਂਹ ਪੱਥਰ ਰੱਖਣਾ ਸੀਗਾ। ਉਹਦੀ ਨੀਂਹ ਪੱਥਰ ਰੱਖਣ 'ਚ ਘੱਟ ਤੋਂ ਘੱਟ 20-30 ਹਜ਼ਾਰ ਬੰਦੇ ਦਾ ਰੁਜ਼ਗਾਰ ਸ਼ੁਰੂ ਹੋ ਜਾਣਾ ਸੀਗਾ ਜੀ। ਇਸ ਕਰਕੇ ਫਿਰੋਜ਼ਪੁਰ ਬਹੁਤ ਅੱਗੇ ਹੀ ਬੈਕਵਰਡ ਏਰੀਆ ਸੀਗਾ ਤੇ ਕੁਛ ਤਰੱਕੀ ਦੇ ਰਾਹ 'ਤੇ ਆਇਆ ਸੀਗਾ। ਹੁਣ ਰੈਲੀ ਰੱਦ ਹੋਣ ਕਰਕੇ ਇਹ ਫਿਰ ਉੱਥੇ ਦਾ ਉੱਥੇ ਹੀ ਰਹਿ ਗਿਆ ਜੀ। ਮੋਦੀ ਸਾਹਿਬ ਨੇ ਵਿਚਾਰ ਦਿੱਤਾ ਕਿ ਮੈਂ ਮਸਾਂ ਹੀ ਪੰਜਾਬ ਤੋਂ ਬਚ ਕੇ ਨਿਕਲਿਆ, ਪਰ ਪੰਜਾਬੀ ਜਿਹੜੇ ਇੰਨੇ ਮਾੜੇ ਨਹੀਂ ਹੁੰਦੇ ਕਿ ਕਿਸੇ ਨੂੰ ਕਤਲ ਕਰ ਦੇਣ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇ ਹੀ ਗੱਲ ਪੈ ਜਾਣ। ਇੱਕ ਪਾਸੇ ਉਹਨਾਂ ਦਾ ਵਿਚਾਰ ਆ ਵੀ ਮੇਰਾ 36 ਇੰਚ ਦਾ ਸੀਨਾ ਤੇ ਮੈਂ ਜੋ ਬਹਾਦਰੀ ਨਾਲ ਕੰਮ ਕਰਦਾ, ਤੇ ਦੂਜੇ ਪਾਸੇ ਉਹ ਕਹਿੰਦੇ ਅਸੀਂ ਬਚ ਕੇ ਹੀ ਮਸਾਂ ਨਿਕਲੇ ਆ। ਪਰ ਸਾਨੂੰ ਇਹ ਆ ਕਿ ਫਿਰੋਜ਼ਪੁਰ ਦੇ ਨਾਤੇ ਹੋਣ ਦੇ ਨਾਤੇ ਸਾਡੀ ਝੋਲੀ ਕੁਝ ਨਹੀਂ ਪਿਆ। ਸਾਨੂੰ ਪੀਜੀਆਈ ਮਿਲਣਾ ਸੀ, ਸਾਡੇ ਕੋਲ ਇੱਥੇ ਕੋਈ ਵੀ ਐਸਾ ਹਸਪੀਟਲ ਨਹੀਂ ਹੈਗਾ ਚੰਡੀਗੜ੍ਹ ਤੋਂ ਨੇੜੇ ਕਿ ਜਿਹੜਾ ਅਸੀਂ ਕੋਈ ਐਮਰਜੈਂਸੀ ਬਿਮਾਰ ਹੋ ਜਾਈਏ ਤਾਂ ਜਾ ਸਕੀਏ। देश के प्रधानमंत्री नरेंद्र मोदी वालों कल फिरोजपुर विखे आना सीगा, पीजीआई का नींह पत्थर रखना सीगा, बीजेपी की रैली सी, होर विकास कारजां दे जिहड़े हैगे आ फंड रिलीज़ होने सीगे, पर रैली नहीं हो सकी। देश के प्रधानमंत्री फिरोजपुर च नहीं आ सके। इस संबंधी लोगों के की विचार हैं, असी साडे नाल फिरोजपुर के बशिंदे मौजूद हैं, गलबात करांगे। तुसीं किवें देखदे हो कल देश के प्रधानमंत्री फिरोजपुर च नहीं आ सके? ये तो बहुत ही माड़ा काम होया जी। देखो जी, घर आए अपने पंजाबियों की कहावत है, आप जी आया कहने, आप ये नहीं कहने कि निकल जाओ। ये सारे बंदे किसान भरा माड़े नहीं है। देखो जी, हम जो मोदी साहब आते, मैं कहना पार्टी का विरोध करो, करना भी चाहिए। 700 किसान मरे आ, ਉਹਦਾ ਵਿਰੋਧ ਕਰੋ ਕਰੋ, ਪਰ ਉਹਨੂੰ ਰੈਲੀ 'ਚ ਆਉਣ ਦੇਣਾ ਚਾਹੀਦਾ ਸੀ। ਸਾਡਾ ਜਿਹੜਾ ਫਿਰੋਜ਼ਪੁਰ ਸ਼ੁਰੂ ਤੋਂ ਪਿਛੜਿਆ ਹੈ, ਜਿਹਦੇ ਨਾਲ ਹਰ ਸਮੇਂ ਹੀ ਮਾੜਾ ਹੋਇਆ, ਉਹ ਸ਼ੁਰੂ ਤੋਂ ਸਾਰੇ ਰਾਜਨੀਤਿਕ ਇਹਨੂੰ ਮਾੜਾ ਹੀ ਕਰਦੇ, ਫਿਰੋਜ਼ਪੁਰ ਨੂੰ ਛੋਟਾ ਕਰੀ ਜਾਂਦੇ ਆ, ਫਿਰੋਜ਼ਪੁਰ ਦੀ ਤਰੱਕੀ ਨਹੀਂ ਹੋਣ ਦੇਣਾ ਚਾਹੁੰਦੇ। ਇਹ ਉਹਦੀ ਕੜੀ ਹੈ ਇੱਕ, ਜਿਹੜੀ ਉਹ ਇਹਦੀ ਤਰੱਕੀ ਹੁੰਦੀ ਤੇ ਇਹਨਾਂ ਦੀ ਵੋਟ ਬੈਂਕ ਮਰ ਜਾਣੀ ਸੀਗੀ। ਇਹ ਵੋਟ ਬੈਂਕ ਦੇ ਨਾਲ ਪੀਜੀਆਈ ਆਉਂਦਾ, ਕਿੰਨੇ ਰੋਜ਼ਗਾਰ ਮਿਲਣੇ ਸੀ ਫਿਰੋਜ਼ਪੁਰ 'ਚ, ਏਅਰਪੋਰਟ ਬਣਦਾ, ਫਿਰੋਜ਼ਪੁਰ ਦਾ ਨਾਂ ਟੌਪ ਪੋਸਟ 'ਚ ਆਉਂਦਾ। ਉਹ ਆਉਣ ਦੇਣਾ ਨਹੀਂ ਚਾਹੁੰਦੇ ਜਿੰਨੇ ਵੀ ਹੈਗੇ ਲੀਡਰ, ਜਿੰਨੇ ਹੈਗੇ ਆ। ਮੈਨੂੰ ਨਹੀਂ ਪਤਾ ਕੌਣ ਸੀ ਵਿਰੋਧੀ, ਬਾਕੀ ਉਹਨਾਂ ਦਾ ਆਉਣ ਦਾ ਰਸਤਾ ਜੇ ਗੁਪਤ ਸੀਗਾ, ਚੰਨੀ ਸਰਕਾਰ ਦੀ ਨਾਕਾਮੀ ਆ ਕਿ ਉਹਨਾਂ ਨੇ ਆਉਣ ਨਹੀਂ ਦਿੱਤਾ। ਕਿਉਂ ਨਹੀਂ ਆਉਣ ਦਿੱਤਾ? ਕਿਸ ਚੀਜ਼ ਦਾ ਡਰ ਸੀ ਇਹਨਾਂ ਨੂੰ ਬੀਜੇਪੀ ਤੋਂ? ਆਖਿਰ ਜੇ ਮੋਦੀ ਨੇ ਗਲਤੀ ਮੰਨ ਲਈ, ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਉਤਸਵ 'ਚ ਮਾफ़ੀ ਮੰਗੀ ਸੀ, ਜੇ ਉਸ ਬੰਦੇ ਨੇ ਮਾफ़ੀ ਮੰਗ ਲਈ ਫਿਰ ਉਹਨੂੰ ਆਉਣ ਦੇਣਾ ਚਾਹੀਦਾ ਸੀਗਾ। ਸਾਡੇ ਪੰਜਾਬ ਦਾ ਇਹ ਨਹੀਂ ਹੈਗਾ ਕਿ ਬੰਦੇ ਨੂੰ ਅਸੀਂ ਆਉਣ ਨਹੀਂ ਦੇਣਾ। ਆਪਣੇ ਪੰਜਾਬੀ ਤਾਂ ਜੀ ਆਇਆਂ ਨੂੰ ਕਹਿੰਦੇ ਜੀ ਨਹੀਂ। ਅਤੇ ਜੇ ਮੈਂ ਇੱਕ ਹੋਰ ਬੇਨਤੀ ਕਰਦਾ ਆਪਣੇ ਸਾਰੇ ਸਿੱਖ ਆਪਣਾ ਕਿਸਾਨ ਜਥੇਬੰਦੀਆਂ ਨੂੰ, ਜਿਸ ਤਰੀਕੇ ਦਾ ਵਿਰੋਧ ਮੋਦੀ ਨੇ ਕੀਤਾ, ਜੇ ਤੁਸੀਂ ਸੱਚੇ ਇਸ ਤਰੀਕੇ ਨਾਲ ਕਰਨਾ ਚਾਹੁੰਦੇ, ਜਿਹੜੇ 84 ਦੰਗੇ ਸਾਡੇ ਪੰਜਾਬੀ ਭਰਾ ਮਰੇ ਸੀ ਦਿੱਲੀ 'ਚ, ਉਹਦੇ ਬਾਰੇ ਇਸ ਤਰੀਕੇ ਕਿਉਂ ਨਹੀਂ ਆਪਾਂ ਕੀਤਾ, ਇਸ ਸੰਗਠਨ ਕਿਉਂ ਨਹੀਂ ਕੀਤਾ, ਉਹਨਾਂ ਨੂੰ ਕਿਉਂ ਨਹੀਂ ਸਜ਼ਾ ਦਵਾਈ? ਆ ਜਗਦੀਸ਼ ਟਾਈਟਲ ਘੁੰਮਦਾ ਫਿਰਦਾ ਹੈ, ਇੱਕ ਸੱਜਣ ਕੁਮਾਰ ਜੀ ਘੁੰਮਦੇ ਫਿਰਦੇ, ਕਿਉਂ ਨਹੀਂ ਕੀਤਾ? ਕਿਉਂ? ਉਹ ਜਿਹੜੇ ਕਾਂਗਰਸੀ ਹੈ, ਤਾਂ ਤੁਸੀਂ ਬੀਜੇਪੀ ਦਾ ਵਿਰੋਧ ਕਰੋ, ਫਿਰ ਉਹਦਾ ਵੀ ਉਨਾ ਹੀ ਵਿਰੋਧ ਹੋਣਾ ਚਾਹੀਦਾ ਜਿੰਨਾ ਉਹਨਾਂ ਨੇ ਕੀਤਾ। ਕਾਂਗਰਸ ਦਾ ਵੀ ਇਸ ਤਰੀਕੇ ਹੀ ਵਿਰੋਧ ਕਰੋ। ਸਵਾਦ ਫੇਰ ਹੈ ਜੀ, ਜੇ ਉਹ ਜਿੰਨੀ ਗਲਤੀ, ਜੇ ਇਹਨੇ 700 ਬੰਦੇ ਮਰੇ, ਉਹਦੀ ਮਾफ़ੀ ਮੰਗੀ ਆ, ਉਹਨੇ ਬਕਾਇਦਾ ਮਾफ़ੀ ਮੰਗੀ ਆ। ਆਪਾਂ ਨੂੰ ਇਸ ਚੀਜ਼ ਦਾ ਦੁੱਖ ਨਹੀਂ, ਸਭ ਤੋਂ ਜ਼ਿਆਦਾ ਦੁੱਖ ਤਾਂ ਹੈ ਕਿ ਸਾਡਾ ਫਿਰੋਜ਼ਪੁਰ ਪਿੱਛੇ ਹੋ ਗਿਆ। ਫਿਰੋਜ਼ਪੁਰ ਜੇ ਸਾਡੇ ਅੱਜ ਸਾਡਾ ਬੰਦ ਆ, ਸਾਡਾ ਕਿੰਨਾ ਗ੍ਰੀਨ ਪ੍ਰੋਜੈਕਟ, ਗ੍ਰੀਨ ਉਹਨੂੰ ਕਰਕੇ ਗ੍ਰੀਨ ਸਿਟੀ ਘੋਸ਼ਿਤ ਕਰਕੇ ਜਾਣੀ ਸੀਗੀ, ਇਹ ਨੁਕਸਾਨ ਹੋ ਗਿਆ। ਫਿਰੋਜ਼ਪੁਰ ਸ਼ੁਰੂ ਤੋਂ ਪਿਛੜਿਆ, ਉਹਨੂੰ ਹੋਰ ਪਛਾੜਤਾ ਜੀ, ਅਤੇ ਬਹੁਤ ਮਾੜਾ। ਆਪਾਂ ਤਾਂ ਇਸ ਚੀਜ਼ ਨੂੰ ਬਹੁਤ ਮਾੜਾ ਸਮਝਦੇ ਹਾਂ ਜੀ। ਇਹ ਕਿਸਾਨ ਭਰਾਵਾਂ, ਸਾਰੇ ਕਿਸਾਨ ਗਲਤ ਨਹੀਂ ਹੈਗੇ ਆ। ਹੁਣ ਖੋਸਾ ਦੇ ਵਿੱਚ ਸ਼ਰਾਰਤੀ ਤੱਤਵ ਹੋਣ, ਆਪਾਂ ਕਿਸੇ ਬਾਰੇ ਇਸ ਕਹਿ ਨਹੀਂ ਸਕਦੇ। ਬਾਕੀ ਇਹ ਗੱਲ ਬਹੁਤ ਮਾੜੀ ਹੈ ਜੀ, ਬਹੁਤ ਨਿੰਦਾ ਕਰਦੇ ਅਸੀਂ। कल की जी देश के प्रधानमंत्री नरेंद्र मोदी की रैली देख के तुसीं की कहना चाहोगे? ਰੈਲੀ ਦਾ ਜੀ ਮੇਨ ਕਾਰਨ ਤਾਂ ਇਹ ਆ ਵੀ ਕੁਝ ਤਾਂ ਬਰਸਾਤ ਦੀ ਕਮੀ ਹੋ ਗਈ, ਬਰਸਾਤ ਹੋਣ ਲੱਗੀ,
ਇਕੱਠ ਨਹੀਂ ਹੋ ਸਕਿਆ। ਸੈਕੰਡ ਕਾਰਨ ਇਹ ਕਿ ਭਾਜਪਾ ਦਾ ਜਿਹੜਾ ਇਕੱਠ ਹੋਣਾ ਸੀ ਉਹ ਨਹੀਂ ਹੋਇਆ। ਇੱਕ ਪ੍ਰਧਾਨ ਮੰਤਰੀ ਹੋ ਕੇ ਤੇ ਵਾਪਸ ਮੁੜ ਜਾਣ ਦਾ ਕਾਰਨ ਹੀ ਇਹ ਸੀ ਕਿ ਉੱਥੇ ਇਕੱਠ ਬਿਲਕੁਲ ਨਹੀਂ ਸੀ। ਇੱਕ ਬੰਦਾ ਮਰ ਜਾਂਦਾ ਤਾਂ ਉਹਦੇ ਇਕੱਠ ਤੇ ਹਜ਼ਾਰਾਂ ਬੰਦੇ ਇਕੱਠੇ ਹੁੰਦੇ, ਤਾਂ ਉੱਥੇ ਤਾਂ ਇਕੱਠ ਹੀ ਨਹੀਂ ਸੀ। ਕੋਈ ਬੰਦਾ ਮਰ ਜਾਂਦਾ ਹੈ ਨਾ, ਉਹਦੇ ਇਕੱਠ ਤੇ ਹਜ਼ਾਰਾਂ ਬੰਦੇ ਇਕੱਠੇ ਹੁੰਦੇ ਆ, ਲੇਕਿਨ ਇਹਦੇ ਇਕੱਠ ਤੇ ਬੰਦੇ ਹੈ ਹੀ ਨਹੀਂ ਸੀ। ਜ਼ਿਮੀਂਦਾਰ ਵਿਰੋਧ ਕਰ ਰਿਹਾ ਸੀ, 700-800 ਜਾਨਾਂ ਚਲੀਆਂ ਗਈਆਂ ਸੀ। ਜ਼ਿਮੀਂਦਾਰ ਨੂੰ ਇੱਕ ਵਾਰੀ ਨਾ ਮੋਦੀ ਸਾਹਿਬ ਨੇ ਅਫਸੋਸ ਨਹੀਂ ਕੀਤਾ। ਮੇਨ ਕਾਰਨ ਇਹ ਸੀ। ਦੂਜਾ ਇਕੱਠ ਨਾ ਹੋਣ ਕਾਰਨ ਕਿ ਜਿਹੜੇ ਕਿ ਮੋਦੀ ਸਾਹਿਬ ਵਾਪਸ ਗਏ ਨੇ, ਹੋਰ ਤਾਂ ਕਾਰਨ ਹੀ ਨਹੀਂ ਹੋ ਸਕਦਾ। ਕਿਉਂਕਿ ਇੱਕ ਪ੍ਰਧਾਨ ਮੰਤਰੀ ਦੇਸ਼ ਦਾ ਹੋਵੇ ਤੇ ਇਕੱਠ ਨਾ ਹੋਵੇ, ਇਹਦੇ 'ਚ ਹੋਰ ਕੀ ਹੋ ਸਕਦਾ ਜੀ। ਇਹਦੇ 'ਚ ਮੇਨ ਕਾਰਨ ਹੀ ਉਹ ਸੀ, ਉਹਦੀ ਬੇਇੱਜ਼ਤੀ ਸੀ ਇਹਦੇ ਵਿੱਚ, ਹੋਰ ਤਾਂ ਕਾਰਨ ਹੋ ਨਹੀਂ ਸਕਦਾ ਕੋਈ। ਬਰਸਾਤ ਵੀ ਹੋ ਗਈ ਮੇਨ ਕਾਰਨ, ਜ਼ਿਮੀਂਦਾਰਾਂ ਨੇ ਰਸਤੇ ਰੋਕ ਲਏ। ਨਾਲ ਦੇਖੋ ਪ੍ਰਧਾਨ ਮੰਤਰੀ ਨੇ ਆਉਣਾ ਹੈ ਤੇ ਉੱਥੋਂ ਵੀ ਬਹਿ ਕੇ ਉਦਘਾਟਨ ਕਰ ਸਕਦੇ ਨੇ, ਅੱਗੇ ਵੀ ਕਰਦੇ ਆਏ ਨੇ। ਜੇ ਕੋਈ ਪੰਜਾਬ ਨੂੰ ਦੇਣਾ ਚਾਹੁੰਦੇ ਸੀ ਤੇ ਉੱਥੇ ਵੀ ਬਹਿ ਕੇ ਦੇ ਸਕਦੇ ਸੀ। ਹਾਂਜੀ, ਜੇ ਰੈਲੀ ਇੱਥੇ ਹੁੰਦੀ ਜੀ ਤੇ ਮੋਦੀ ਸਾਹਿਬ ਨੇ ਫਿਰੋਜ਼ਪੁਰ ਨੂੰ ਬਹੁਤ ਕੁਝ ਦੇ ਕੇ ਜਾਣਾ ਸੀਗਾ ਔਰ ਬਹੁਤ ਰੁਜ਼ਗਾਰ ਮਿਲਣਾ ਸੀਗਾ, ਗਰੀਬ ਤਬਕੇ ਨੂੰ ਬਹੁਤ ਫਾਇਦਾ ਹੋਣਾ ਸੀਗਾ। ਤੇ ਪੀਜੀਆਈ 10-12 ਸਾਲਾਂ ਬਾਅਦ ਇਹ ਸੁਨੀਚੀ ਸੀਗੀ, ਪੀਜੀਆਈ ਦੀ ਨੀਂਹ ਪੱਥਰ ਰੱਖਣਾ ਸੀਗਾ। ਉਹਦੀ ਨੀਂਹ ਪੱਥਰ ਰੱਖਣ 'ਚ ਘੱਟ ਤੋਂ ਘੱਟ 20-30 ਹਜ਼ਾਰ ਬੰਦੇ ਦਾ ਰੁਜ਼ਗਾਰ ਸ਼ੁਰੂ ਹੋ ਜਾਣਾ ਸੀਗਾ ਜੀ। ਇਸ ਕਰਕੇ ਫਿਰੋਜ਼ਪੁਰ ਬਹੁਤ ਅੱਗੇ ਹੀ ਬੈਕਵਰਡ ਏਰੀਆ ਸੀਗਾ ਤੇ ਕੁਛ ਤਰੱਕੀ ਦੇ ਰਾਹ 'ਤੇ ਆਇਆ ਸੀਗਾ। ਹੁਣ ਰੈਲੀ ਰੱਦ ਹੋਣ ਕਰਕੇ ਇਹ ਫਿਰ ਉੱਥੇ ਦਾ ਉੱਥੇ ਹੀ ਰਹਿ ਗਿਆ ਜੀ। ਹਾਂਜੀ, ਫਿਰੋਜ਼ਪੁਰ ਦੀ ਖੁਸ਼ਕਿਸਮਤੀ ਹੁੰਦੀ ਅਗਰ ਇਹ ਰੈਲੀ ਕਾਮਯਾਬ ਹੁੰਦੀ ਤਾਂ। ਆਮ ਪੰਜਾਬ ਨਾਲੋਂ ਇਹ ਸ਼ਹਿਰ ਥੋੜ੍ਹਾ ਪਛੜਿਆ ਸਮਝਿਆ ਜਾਂਦਾ। PM ਸਾਹਿਬ ਦੀ ਰੈਲੀ ਹੁੰਦੀ ਤਾਂ ਕਈ ਹਜ਼ਾਰਾਂ ਲੱਖਾਂ ਕਰੋੜਾਂ ਰੁਪਏ ਦੇ ਇੱਥੇ ਪ੍ਰੋਜੈਕਟ ਆਉਣੇ ਸੀ। PGI ਖੁੱਲ੍ਹਦਾ, ਕਈਆਂ ਨੌਜਵਾਨਾਂ ਨੂੰ ਰੋਜ਼ਗਾਰ ਮਿਲਣਾ ਸੀ। ਸ਼ਹੀਦ ਭਗਤ ਸਿੰਘ ਦੀ ਸਮਾਧ ਨੂੰ 4 ਚੰਨ ਲੱਗਦੇ, ਹੋਰ ਯਾਦਗਾਰ ਨੂੰ ਮਜ਼ਬੂਤੀ ਮਿਲਦੀ। ਅਤੇ ਜਿਵੇਂ ਪੁਰਾਣੇ ਸਮਿਆਂ ਤੋਂ ਗੱਲ ਹੁੰਦੀ ਵੀ ਇਹ ਬਾਰਡਰ ਖੁੱਲ੍ਹਿਆ ਬੰਦ ਰਿਹਾ, ਇਹ ਖੁੱਲ੍ਹਣ ਦੇ ਚਾਂਸ ਬਣ ਜਾਂਦੇ, ਵਿਕਾਸ ਹੁੰਦੇ ਪੰਜਾਬ ਦਾ। ਕੋਈ ਕਿਸਾਨਾਂ ਦੀ ਸੋਚ ਕੇ ਜਾਂਦੇ, ਹੋਰ ਇੰਡਸਟਰੀ ਲੱਗਦੀ ਹੈ, ਸ਼ਹਿਰ ਦਾ ਵਿਕਾਸ ਹੁੰਦਾ। ਅਤੇ ਇਹ ਜੋ ਵੀ ਹੋਇਆ ਮੰਦਭਾਗਾ ਹੋਇਆ, ਇਹ ਨਹੀਂ ਸੀ ਹੋਣਾ ਚਾਹੀਦਾ। ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਆਪਸੀ ਜਿਹੜੇ ਗਿਲੇ ਸ਼ਿਕਵੇ ਭੁਲਾ ਕੇ ਦੁਬਾਰਾ PM ਸਾਹਿਬ ਨੂੰ ਜੀ ਆਇਆ ਕਹਿਣਾ ਚਾਹੀਦਾ। ਅਤੇ ਇਹ ਕੁੜੱਤਣ ਥੋੜ੍ਹ ਦੇਰੀ ਹੈ ਜੀ, ਜ਼ਿਆਦਾ ਲੰਬੇ ਸਮੇਂ 'ਚ। ਮੌਸਮ ਦੀ ਵੀ ਚਲੋ ਇੱਕ ਤੋਂ ਜੱਗ ਵੈਰੀ, ਇੱਕ ਰੱਬ ਵੈਰੀ, ਉਹ 2 ਗੱਲਾਂ ਹੋ ਗਈਆਂ ਜੀ। ਦੁਬਾਰਾ ਸੱਦਣਾ ਚਾਹੀਦਾ ਅਤੇ ਸਾਰੇ ਸਾਂਝੇ ਸਰਬ ਪਾਰਟੀ ਇੱਕ ਮੀਟਿੰਗ ਸੱਦ ਕੇ PM ਸਾਹਿਬ ਨੂੰ ਦੁਬਾਰਾ ਰੈਲੀ ਲਈ ਕੋਈ ਵੀ ਜਗ੍ਹਾ ਚੁਣਨ ਨਾਲੋਂ, ਕਿਤੇ ਵੀ ਜਾਣ ਨਾਲੋਂ ਇੱਥੇ ਫਿਰੋਜ਼ਪੁਰ ਹੀ ਦੁਬਾਰਾ ਹੋਣਾ ਚਾਹੀਦਾ। ਜੋ ਕੱਲ੍ਹ ਪ੍ਰਧਾਨ ਮੰਤਰੀ ਦੀ ਰੈਲੀ ਰੱਦ ਹੋ ਗਈ, ਇਸ ਰੈਲੀ ਦਾ ਜੋ ਫਿਰੋਜ਼ਪੁਰ ਵਾਸੀਆਂ 'ਤੇ ਬਹੁਤ ਨਿਰਾਸ਼ਾ ਵੇਖਣ ਨੂੰ ਮਿਲੀ ਆ। ਵੀ ਹਰ ਇੱਕ ਬੱਚਾ ਸਿਆਣਾ ਸਭ ਉਹਨਾਂ ਦੀ ਰੈਲੀ ਰੱਦ ਹੋਣ 'ਤੇ ਨਿਰਾਸ਼ਾ ਜਤਾਉਂਦੇ ਆ। ਅਤੇ ਜੋ ਮੋਦੀ ਸਾਹਿਬ ਨੇ ਵਿਚਾਰ ਦਿੱਤਾ ਕਿ ਮੈਂ ਮਸਾਂ ਹੀ ਪੰਜਾਬ ਤੋਂ ਬਚ ਕੇ ਨਿਕਲਿਆ, ਪਰ ਪੰਜਾਬੀ ਜਿਹੜੇ ਇੰਨੇ ਮਾੜੇ ਨਹੀਂ ਹੁੰਦੇ ਕਿ ਕਿਸੇ ਨੂੰ ਕਤਲ ਕਰ ਦੇਣ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇ ਹੀ ਗੱਲ ਪੈ ਜਾਣ। ਇੱਕ ਪਾਸੇ ਉਹਨਾਂ ਦਾ ਵਿਚਾਰ ਆ ਵੀ ਮੇਰਾ 36 ਇੰਚ ਦਾ ਸੀਨਾ ਅਤੇ ਮੈਂ ਜੋ ਬਹਾਦਰੀ ਨਾਲ ਕੰਮ ਕਰਦਾ, ਅਤੇ ਦੂਜੇ ਪਾਸੇ ਉਹ ਕਹਿੰਦੇ ਅਸੀਂ ਬਚ ਕੇ ਹੀ ਮਸਾਂ ਨਿਕਲੇ ਹਾਂ। ਫਿਰੋਜ਼ਪੁਰ ਵਾਸੀਆਂ ਨੂੰ ਬੜੀ ਉਮੀਦ ਸੀ, ਫਿਰੋਜ਼ਪੁਰ ਦਾ ਪ੍ਰਧਾਨ ਮੰਤਰੀ ਜੀ ਦੇ ਆਉਣ 'ਤੇ ਬਹੁਤ ਜ਼ਿਆਦਾ ਵਿਕਾਸ ਹੋਣਾ ਸੀ, ਕਰੋੜਾਂ ਦੇ ਪ੍ਰੋਜੈਕਟ ਸੀ ਜਿਨ੍ਹਾਂ ਦੀ ਉਹਨਾਂ ਨੇ ਮਨਜ਼ੂਰੀ ਦੇਣੀ ਸੀ। ਪਰ ਜਦੋਂ ਰੈਲੀ ਰੱਦ ਹੋਈ, ਇਹ ਸੁਣ ਕੇ ਫਿਰੋਜ਼ਪੁਰ ਵਾਸੀਆਂ ਦੇ ਬੜਾ ਹੀ ਜ਼ਿਆਦਾ ਮਨਾਂ 'ਤੇ ਅਸਰ ਪਿਆ। ਅਤੇ ਦੂਜੇ ਪਾਸੇ ਜੇ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ 4-5 ਦਿਨ ਜਿਹੜਾ ਮੌਸਮ ਆ ਇਹ ਬੜਾ ਖਰਾਬ ਰਹੇਗਾ। ਅਤੇ ਜੋ ਭਾਜਪਾ ਦੀ ਹਾਈ ਕਮਾਨ ਹੈ ਇਹਦੀ ਵੀ ਬੜੀ, ਮੈਂ ਤਾਂ ਸਮਝਾਂ ਵੀ ਬੜੀ ਨਾਕਾਮਯਾਬ ਆ। ਕਿਉਂਕਿ ਜੇ ਇਹਨਾਂ ਨੂੰ ਪਤਾ ਸੀ ਇਹ ਰੈਲੀ ਨੂੰ ਕੁਝ ਅੱਗੇ ਪਿੱਛੇ ਕਰ ਸਕਦੇ ਸੀ ਜਾਂ ਹੋਰ ਮਿਹਨਤ ਕਰਕੇ ਜ਼ਿਆਦਾ ਇਕੱਠ ਕਰਾ ਕੇ ਮੋਦੀ ਸਾਹਿਬ ਦਾ ਜਿਹੜਾ ਹੌਸਲਾ ਪੈਂਦਾ ਕਿ ਉਹ ਰਸਤੇ 'ਚੋਂ ਨਾ ਮੁੜਦੇ। ਸੋ ਇਹਨਾਂ ਗੱਲਾਂ ਨਾਲ
ਮੈਂ ਆਪਣੇ ਵਿਚਾਰ ਦਿੰਦਾ ਕਿ ਇਸ ਤੋਂ ਫਿਰੋਜ਼ਪੁਰ ਵਾਸੀਆਂ ਨੂੰ ਬਹੁਤ ਹੀ ਨਿਰਾਸ਼ਾ ਹੋਈ ਹੈ। ਤੁਸੀਂ ਕਿਵੇਂ ਦੇਖਦੇ ਹੋ ਕੱਲ ਫਿਰੋਜ਼ਪੁਰ 'ਚ ਦੇਸ਼ ਦੇ ਪ੍ਰਧਾਨ ਮੰਤਰੀ ਦੀ ਰੈਲੀ ਸੀ? ਜਿਹੜੀ ਕੱਲ ਰੈਲੀ ਸੀ ਜੀ ਫਿਰੋਜ਼ਪੁਰ ਦੇ ਵਿੱਚ, ਉਹਨੂੰ ਪਿਛਲੇ ਸਾਰਾ ਪ੍ਰਸ਼ਾਸਨ ਪੁਲਿਸ ਪਿਛਲੇ 5-7 ਦਿਨਾਂ ਤੋਂ ਕਾਫੀ ਦਿਨਾਂ ਤੋਂ ਲੱਗੇ ਹੋਏ ਸੀ ਉਹਨੂੰ ਰੈਲੀ ਦੇ ਵਿੱਚ। ਸਾਰੀ ਸਿਕਿਉਰਿਟੀ ਵਗੈਰਾ ਟਾਈਟ ਸੀ, ਹਰ ਚੀਜ਼ ਦੇ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਸੀ ਉੱਥੇ। ਇਸ ਦੇ ਇਲਾਵਾ ਜਦੋਂ ਕੱਲ ਦਾ ਬਾਰਿਸ਼ ਵੀ ਹੁੰਦੀ, ਕੁਝ ਮੌਸਮ ਦੀ ਵੀ ਖਰਾਬੀ ਕਰਕੇ ਸੀ, ਜਿਸ ਤਰ੍ਹਾਂ ਕਰਕੇ ਜਦੋਂ ਮੋਦੀ ਸਾਹਿਬ ਆਏ ਉਹਨਾਂ ਨੇ ਬਾਈ ਰੋਡ ਆਉਣਾ ਸੀ, ਪਲਾਨ ਬਣਿਆ, ਰਸਤੇ ਵਿੱਚ ਕੀ ਭਾਅ ਵਰਤਿਆ ਹੈਗਾ ਕਿ ਉਹ ਵਾਪਸ ਚਲੇ ਗਏ ਹੈ। ਇਹਦਾ ਜੋ ਵੀ ਰਾਜਨੀਤਿਕ ਹੈ ਜਾਂ ਕੋਈ ਹੋਰ ਚੀਜ਼ ਦਾ ਕਾਰਨ ਹੈ, ਇਹਦੇ ਬਾਰੇ ਮੈਂ ਨਹੀਂ ਕੁਝ ਕਰ ਸਕਦਾ, ਪਰ ਸਾਨੂੰ ਇਹ ਹੈ ਕਿ ਫਿਰੋਜ਼ਪੁਰ ਦੇ ਨਾਤੇ ਹੋਣ ਦੇ ਨਾਤੇ ਸਾਡੀ ਝੋਲੀ ਕੁਝ ਨਹੀਂ ਪਿਆ। ਸਾਨੂੰ ਪੀਜੀਆਈ ਮਿਲਣਾ ਸੀ, ਸਾਡੇ ਕੋਲ ਇੱਥੇ ਕੋਈ ਵੀ ਐਸਾ ਹਸਪੀਟਲ ਨਹੀਂ ਹੈਗਾ ਚੰਡੀਗੜ੍ਹ ਤੋਂ ਜਿਹੜੇ ਕਿ ਜਿਹੜਾ ਅਸੀਂ ਕੋਈ ਐਮਰਜੈਂਸੀ ਬਿਮਾਰ ਹੋ ਜਾਈਏ ਤੇ ਜਾ ਸਕੀਏ, ਜਿਸ ਕਰਕੇ ਸਾਨੂੰ ਬਹੁਤ ਵੱਡਾ ਨੁਕਸਾਨ ਹੋਇਆ। ਹੁਣ ਹੋ ਸਕਦਾ ਹੈ ਕਿ ਉਹ ਹੋਰ ਵੀ ਕੋਈ ਅਨਾਉਂਸਮੈਂਟ ਕਰ ਸਕਦੇ ਸੀ, ਕੁਝ ਕਿਸਾਨਾਂ ਨੂੰ ਕੁਝ ਦੇ ਸਕਦੇ ਸੀ, ਕੁਝ ਵਪਾਰੀਆਂ ਨੂੰ ਕੁਝ ਦੇ ਸਕਦੇ ਸੀ, ਪਰ ਉਹ ਚੀਜ਼ ਹੁਣ ਪਿਛੜ ਗਈ। ਪੂਰੇ ਕਿਸਾਨਾਂ ਦੇ ਕਾਲੇ ਕਾਨੂੰਨਾਂ ਦੇ ਖਿਲਾਫ 1 ਸਾਲ ਦੇ ਸੰਘਰਸ਼ ਤੇ ਜੋ ਜਿੱਤ ਦਾ ਇਤਿਹਾਸਕ ਦਿਨ ਬਣਿਆ, ਇਹਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਊਗਾ ਉਸ ਦਿਨ ਨੂੰ। ਪਰ ਜਿਹੜਾ ਕੱਲ੍ਹ ਇੱਕ ਸ਼ਰਮਨਾਕ ਕਾਰਾ ਹੋਇਆ ਸਾਡੇ ਫਿਰੋਜ਼ਪੁਰ ਵਿੱਚ, ਇਹ ਵੀ ਇੱਕ ਵਾਰੀ ਸਾਰੀ ਦੁਨੀਆ ਨੂੰ ਯਾਦ ਰਹੇਗਾ, ਕਿਉਂਕਿ ਇਹ ਪੀਜੀਆਈ ਦਾ ਉਦਘਾਟਨ ਕਰਨਾ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨੇ। ਪਾਰਟੀ ਚਾਹੇ ਕੋਈ ਹੋਵੇ, ਮੈਂ ਪਾਰਟੀ ਨਾਲ ਮਕਸਦ ਨਹੀਂ ਕਰਦਾ, ਮੈਂ ਸਿਰਫ ਇਹ ਗੱਲ ਕਹਿਣਾ ਹੈ, ਪਹਿਲਾਂ ਇਹਨੂੰ ਮਨਜ਼ੂਰ ਕਰਵਾਇਆ ਪਰਮਿੰਦਰ ਪਿੰਕੀ ਜੀ ਨੇ 100 ਬੈੱਡ ਦਾ ਕਰਵਾਇਆ, ਫਿਰ ਮਰਹੂਮ ਕਮਲ ਸ਼ਰਮਾ ਜੀ ਨੇ ਇਹਨੂੰ 400 ਬੈੱਡ ਦਾ ਮਨਜ਼ੂਰ ਕਰਵਾਇਆ। ਲਗਾਤਾਰ ਸਾਰੇ ਰਾਜਨੀਤਿਕ ਬੰਦਿਆਂ ਦੀ ਇਹਨੂੰ ਬਣਾਉਣ ਵਾਸਤੇ ਮਿਹਨਤ ਚੱਲ ਰਹੀ ਸੀ, ਜਿਹਨੂੰ ਅੱਜ ਕੱਲ੍ਹ ਬੂਰ ਪੈਣਾ ਸੀ। ਰਾਣਾ ਸੋਢੀ ਦੇ ਰਾਹੀਂ ਬੀਜੇਪੀ ਦੇ ਪ੍ਰਧਾਨ ਮੰਤਰੀ ਨੇ ਸਾਡੇ ਫਿਰੋਜ਼ਪੁਰ 'ਚ ਆ ਕੇ ਪੀਜੀਆਈ ਦਾ ਉਦਘਾਟਨ ਕਰਨਾ ਸੀ, ਨਾਲ 46-4700 ਕਰੋੜ ਰੁਪਏ ਦੇ ਹੋਰ ਉਦਘਾਟਨ ਕਰਨੇ ਸੀ, ਪਰ ਸਾਡੀ ਮਾੜੀ ਬਦਕਿਸਮਤੀ ਆ ਫਿਰੋਜ਼ਪੁਰ ਵਾਲਿਆਂ ਦੀ, ਜਿਹੜਾ ਉਦਘਾਟਨ ਨਹੀਂ ਹੋ ਸਕਿਆ। ਅਸੀਂ ਉਸ ਨੂੰ ਸਮਝ ਨਹੀਂ ਸਕੇ। ਇਹ ਜ਼ਿੰਦਗੀ 'ਚ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪੀਜੀਆਈ ਬਣ ਜਾਂਦਾ, ਸਾਨੂੰ ਕਿੰਨਾ ਸਸਤਾ ਇਲਾਜ ਬਣਨਾ ਸੀ। ਪਹਿਲਾਂ ਏਮਜ਼ ਫਿਰੋਜ਼ਪੁਰ 'ਚ ਆਉਂਦਾ ਉਹਨੂੰ ਬਠਿੰਡੇ ਲੈ ਗਏ। ਜੇ ਕਿਤੇ ਹੁਣ ਕਿਰਪਾ ਹੋਣੀ ਸੀ, ਅਸੀਂ ਆਪਦੇ ਹੱਥੋਂ ਆਉਣ ਵਾਲਾ ਗਿਫਟ ਫਿਰ ਖੋਹ ਲਿਆ। ਮੈਂ ਤੇ ਗੱਲ ਕਹਿਣਾ, ਜੇ ਕਿਸਾਨਾਂ ਨੇ ਪ੍ਰੋਟੈਸਟ ਕਰਨਾ ਸੀ, ਇੱਕ ਸ਼ਾਂਤਮਈ ਇੱਕ ਸਾਈਡ ਤੇ ਹੁੰਦਾ ਹੈ। ਪ੍ਰਧਾਨ ਮੰਤਰੀ ਆਪ ਪੁੱਛਦਾ ਵੀ ਇਹ ਕੌਣ ਖੜਾ ਹੈ, ਫਿਰ ਉਹਨਾਂ ਨੂੰ ਕੋਈ ਸਲਾਹਕਾਰ ਦੱਸਦਾ ਵੀ ਇਹ ਸਾਡੇ ਪੰਜਾਬ ਦੇ ਕਿਸਾਨ ਹੈ ਜਿਹੜੇ ਦੁਖੀ ਖੜੇ। ਪਰ ਕੀ ਇਸ ਤਰ੍ਹਾਂ ਵਿਰੋਧਤਾ ਕਰਕੇ ਸਾਨੂੰ ਆਪਦਾ ਹੱਥੀਂ ਆਇਆ ਗਿਫਟ ਵਾਪਸ ਦੇਣਾ ਚਾਹੀਦਾ ਸੀ? ਸਾਡੇ ਬੱਚਿਆਂ ਨੇ ਇੱਥੇ ਪੜ੍ਹਨਾ ਲੱਗਣਾ ਸੀ, ਡਾਕਟਰ ਲੱਗਣਾ ਸੀ, ਔਰ ਇਹ ਕੋਈ ਛੋਟਾ ਜਿਹਾ ਹਸਪਤਾਲ ਨਹੀਂ ਸੀ। ਇੱਥੇ MS ਡਾਕਟਰ ਆਉਣੇ ਸੀ, ਇੱਥੇ MD ਡਾਕਟਰ ਆਉਣੇ ਸੀ। ਬਹੁਤ ਵੱਡੇ 10 ਰੁਪਏ ਦੇ ਵਿੱਚ ਪਰਚੀ 'ਤੇ ਇਲਾਜ ਹੋਇਆ ਕਰਨੇ। ਸਾਨੂੰ ਚੰਡੀਗੜ੍ਹ ਜਾਣ ਦੀ ਲੋੜ ਹੀ ਨਹੀਂ ਪੈਣੀ ਸੀ। ਸਾਡੇ ਵਾਸਤੇ ਕੱਲ੍ਹ ਦਾ ਦਿਨ ਕਾਲਾ ਇਤਿਹਾਸ ਵਿੱਚ ਲਿਖਿਆ ਜਾਣ ਵਾਲਾ ਦਿਨ ਹੈ। ਬਿਲਕੁਲ ਲੋਕਾਂ 'ਚ ਨਿਰਾਸ਼ਾ ਹੈਗੀ ਆ, ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜੋ ਪੰਜਾਬ ਨੂੰ ਦੇਣਾ ਸੀ ਫਿਰੋਜ਼ਪੁਰ ਆ ਕੇ 4700 ਕਰੋੜ ਦੇ ਜਿਹੜੇ ਹੈਗੇ ਗਿਫਟ ਪੈਕੇਜ ਸੀਗੇ, ਪੀਜੀਆਈ ਬਣਨਾ ਸੀਗਾ, ਹੋਰ ਵਿਕਾਸ ਕਾਰਜ ਸੀਗੇ, ਜਿਹੜੇ ਉਹ ਪੰਜਾਬ ਨੂੰ ਨਹੀਂ ਮਿਲੇ, ਫਿਰੋਜ਼ਪੁਰ ਨੂੰ ਨਹੀਂ, ਕਿਉਂਕਿ ਫਿਰੋਜ਼ਪੁਰ ਪਹਿਲਾਂ ਹੀ ਮਾੜੀ ਕਿਸਮਤ ਦਾ ਫਿਰੋਜ਼ਪੁਰ ਦੀ ਸਰਹੱਦ ਲੱਗਦੀ ਹੈ। ਫਿਰੋਜ਼ਪੁਰ ਜ਼ਿਲ੍ਹਾ ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਸੀਗਾ, ਔਰ ਹੌਲੀ ਹੌਲੀ ਇਹ ਛੋਟਾ ਹੁੰਦਾ ਗਿਆ, ਔਰ ਸਭ ਤੋਂ ਜਿਹੜਾ ਕੱਲ੍ਹ ਦਾ ਦਿਨ ਸੀਗਾ 5 ਜਨਵਰੀ ਦਾ, ਉਹ ਇੱਕ ਇਤਿਹਾਸ ਰਚਿਆ ਜਾਣਾ ਸੀ ਫਿਰੋਜ਼ਪੁਰ ਲਈ, ਕਿਉਂਕਿ ਫਿਰੋਜ਼ਪੁਰ 'ਚ ਦੇਸ਼ ਦੇ ਪ੍ਰਧਾਨ ਮੰਤਰੀ ਆਉਣੇ ਸੀ, ਔਰ ਵੱਡੇ ਜਿਹੜੇ ਪੈਕੇਜ ਦੇਣੇ ਸੀ ਫਿਰੋਜ਼ਪੁਰ ਨੂੰ, ਉਹ ਨਹੀਂ ਮਿਲ ਸਕੇ। ਫਿਰੋਜ਼ਪੁਰ ਦੇ ਵਸਿੰਦਿਆਂ ਨੇ ਆਪਣੇ ਵਿਚਾਰ ਦਿੱਤੇ ਨੇ, ਕੁਝ ਨੈਗੇਟਿਵ ਸੀ, ਕੁਝ ਪੋਜ਼ਿਟਿਵ ਸੀ। ਅਸੀਂ ਗੱਲਾਂ ਬਾਤਾਂ ਕੀਤੀਆਂ ਉਹਨਾਂ ਨਾਲ, ਪਰ ਬਹੁਤਿਆਂ ਦੇ ਇਹੀ ਵਿਚਾਰ ਸੀਗੇ ਕਿ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਫਿਰੋਜ਼ਪੁਰ ਨਹੀਂ ਆ ਸਕੇ, ਇਹ ਫਿਰੋਜ਼ਪੁਰ ਲਈ ਕੱਲ੍ਹ ਲਈ ਕਾਲਾ ਦਿਨ ਸੀ। ਫਿਰੋਜ਼ਪੁਰ ਤੋਂ ਮਲਕੀਅਤ ਸਿੰਘ ਦੀ ਰਿਪੋਰਟ, ਸਪੋਕਸਮੈਨ TV।